ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦਰਬਾਰ ਸਾਹਿਬ ਦੇ ਉੱਪਰ ਜਿਹੜਾ 66 ਸਾਲ ਪਹਿਲਾਂ ਹਮਲਾ ਹੋਇਆ ਉਹਦੇ ਸੰਬੰਧ 'ਚ ਅਸੀਂ ਉਹਦੀ ਬਰਸੀ ਦੇ ਸੰਬੰਧ 'ਚ ਇਕੱਤਰ ਹੋਏ ਹਾਂ। ਇਹ ਇੱਕ ਐਸਾ ਮੌਕਾ ਬਣਿਆ ਆ, ਤੁਸੀਂ ਵੀ ਇੱਕ ਇਤਿਹਾਸਕ ਗਵਾਹ ਆ ਇਸ ਮੌਕੇ ਦੇ ਕਿ ਕੋਈ ਐਡੀ ਵੱਡੀ ਘਟਨਾ ਘਟੀ ਤੇ ਉਸ ਘਟਨਾ ਨੂੰ 66 ਸਾਲ ਬਾਅਦ ਯਾਦ ਕੀਤਾ ਜਾਣ ਲੱਗਾ। 66 ਸਾਲ ਹੋ ਗਏ ਆ ਉਸ ਘਟਨਾ ਨੂੰ ਘਟੀ ਨੂੰ, ਪਰ ਉਹਦੇ ਤੇ ਇੰਨੀ ਮਿੱਟੀ ਧੂੜ ਪੈ ਗਈ ਸੀ ਕਿ ਉਹ ਬਹੁਤ ਧੁੰਦਲੀ ਹੋ ਗਈ ਸੀ। ਤੇ ਤੁਸੀਂ ਜਿੰਨੇ ਵੀ ਇੱਥੇ ਮੇਰੇ ਭੈਣ ਭਰਾ ਸਾਰੇ ਬੈਠੇ ਆ, ਉਹ ਇਸ ਇਤਿਹਾਸ ਦੀ ਗਵਾਹੀ ਭਰ ਰਹੇ ਆ ਕਿ ਅਸੀਂ 66 ਸਾਲ ਬਾਅਦ ਫਿਰ ਉਸ ਗੱਲ ਨੂੰ ਮੁੜ ਸੁਰਜੀਤ ਕਰਤਾ ਆ ਜਿਹੜੀ 66 ਸਾਲ ਬਾਅਦ ਸਾਡੇ ਨਾਲ ਪਹਿਲਾਂ ਜਿਹੜੀ ਉਹ ਵਾਪਰੀ ਸੀਗੀ। ਤੇ ਮੈਂ ਸਾਰਿਆਂ ਨੂੰ ਥੋੜ੍ਹੇ ਜਿਹੇ 1-2 ਮਿੰਟ 'ਚ ਹੀ ਉਸ ਘਟਨਾ ਬਾਰੇ ਥੋੜ੍ਹਾ ਜਿਹਾ ਕਲੀਅਰ ਕਰ ਦਿੰਦਾ ਵੀ ਜਦੋਂ 1947 ਦੇ ਵਿੱਚ ਭਾਰਤ ਆਜ਼ਾਦ ਹੋਇਆ, ਜਿਹਨੂੰ ਅਸੀਂ ਅਖੌਤੀ ਆਜ਼ਾਦੀ ਵੀ ਕਹਿੰਦੇ ਆ ਕਿਉਂਕਿ ਅਸੀਂ ਤਾਂ ਉਸ ਸਾਲ ਤੋਂ ਹੀ ਜਿਹੜੇ ਆ ਇੱਥੇ ਕੁੱਟੇ ਜਾ ਰਹੇ ਆ, ਸਾਡੇ ਹੱਕ ਜਿਹੜੇ ਆ ਉਹ ਮਾਰੇ ਜਾ ਰਹੇ ਆ, ਸਾਡੀ ਕੌਮੀਅਤ ਨੂੰ ਖਤਮ ਕੀਤਾ ਜਾ ਰਿਹਾ। ਤੇ ਕੁਛ ਉਸ ਅਖੌਤੀ ਆਜ਼ਾਦੀ ਤੋਂ ਬਾਅਦ ਕੁਛ ਦਿਨਾਂ 'ਚ ਹੀ ਤੇ ਕੁਛ ਸਾਲਾਂ ਦੇ ਵਿੱਚ ਹੀ ਹਕੂਮਤ ਨੇ ਆਪਣਾ ਚਿਹਰਾ ਬਿਲਕੁਲ ਨੰਗਾ ਚਿੱਟਾ ਕਰਕੇ ਦੱਸਤਾ। ਪਰ ਕੌਮ ਐਸੀ ਦੁਚਿੱਤੀ ਜਦੋਂ ਫਸ ਗਈ ਜਾਂ ਉਹਨੇ ਇੱਦਾਂ ਦੁਚਿੱਤੀ 'ਚ ਆਪਣੇ ਆਪ ਨੂੰ ਫਸਿਆ ਮਹਿਸੂਸ ਕੀਤਾ ਕਿ ਫਿਰ ਵੀ ਉਹ ਦਿੱਲੀ ਦੀ ਅਧੀਨਗੀ ਦੇ ਹੇਠ ਉਹਨਾਂ ਨੇ ਆਪਣਾ ਭਵਿੱਖ ਜਿਹੜਾ ਆ ਉਹਨਾਂ ਨੇ ਉਹਦੇ ਆਪਣਾ ਭਵਿੱਖ ਜਿਹੜਾ ਉਹਦੇ ਨਾਲ ਨੱਥੀ ਕਰਨਾ ਠੀਕ ਸਮਝਿਆ ਤੇ ਪੰਜਾਬੀ ਸੂਬਾ ਮੋਰਚਾ ਲੱਗਾ। ਬਾਕੀ ਸਾਰਿਆਂ ਨੂੰ ਆਪਣੇ ਆਪਣੇ ਸੂਬੇ ਮਿਲ ਗਏ, ਪਰ ਜਿੱਦਣ ਸਾਡੀ ਵਾਰੀ ਆਈ ਤੇ ਉਹ ਕਹਿੰਦੇ ਤੁਹਾਨੂੰ ਸੂਬਾ ਜਿਹੜਾ ਨਹੀਂ ਦੇਣਾ। ਤੇ ਉਦੋਂ ਇੱਥੇ ਸਿੱਖਾਂ ਨੇ ਜਦੋਜਹਿਦ ਸ਼ੁਰੂ ਕੀਤੀ ਕਿਉਂਕਿ ਇਸ ਧਰਤੀ ਦੇ ਉੱਤੇ ਕੋਈ ਵੀ ਗੱਲ ਹੋਵੇ ਉਹਦੇ ਲਈ ਕੋਈ ਜੂਝਣ ਵਾਲਾ ਆ ਤੇ ਉਹ ਸਿੱਖ ਕੌਮ ਆ। ਉਦੋਂ ਵੀ ਅਸੀਂ ਆਪਣੇ ਸੂਬੇ ਦੇ ਲਈ ਜੂਝੇ ਤੇ ਇੱਕ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਦੇਖੋ ਜਿਹੜਾ ਬੋਲਣ ਦੇ ਹੱਕ ਆ ਨਾ, ਇਹ ਦੁਨੀਆ ਦੇ ਵਿੱਚ ਕੋਈ ਨਹੀਂ ਮਾਰ ਸਕਦਾ, ਪਰ ਜਿਹੜੀ ਕੌਮ ਇਹ ਕਹਿੰਦੀ ਸੀ ਅਸੀਂ 90% ਕੁਰਬਾਨੀਆਂ ਕੀਤੀਆਂ ਇਸ ਮੁਲਕ ਨੂੰ ਬਣਾਉਣ ਦੇ ਲਈ ਤੇ ਉਹਨੂੰ ਇੱਕ ਸੂਬੇ ਤੋਂ ਮੁਨਕਰ ਜਿਹੜੀ ਬਾਦਸ਼ਾਹੀ ਭੋਗਣ ਵਾਲੀ ਕੌਮ ਆ ਉਹਨੂੰ ਮਤਲਬ ਇਹ ਇੱਕ ਐਸਾ ਸਮਾਂ ਸੀ ਕਿ ਜਦੋਂ ਉਹਨੂੰ ਉਹਦੇ ਸਿਧਾਂਤਕ ਜਿਹੜੇ ਉਹਦੇ ਸਿਧਾਂਤ ਆ ਉਹਨੂੰ ਕੁਚਲ ਦੇਣਾ ਉਹ ਚਾਹੁੰਦੇ ਸੀ ਤੇ ਰੱਤੀ ਭਰ ਵੀ ਉਹ ਆਪਣੀ ਜਿਹੜੀ ਪ੍ਰਭੂ ਸੱਤਾ 'ਚੋਂ ਸੀ ਉਹ ਸਾਨੂੰ ਹਿੱਸਾ ਨਹੀਂ ਦੇਣਾ ਚਾਹੁੰਦੇ ਸੀਗੇ। ਤੇ ਉਸ ਲਈ 4 ਜੁਲਾਈ 1955 ਨੂੰ ਜਿਹੜਾ ਮੋਰਚਾ ਲੱਗਣਾ ਸੀਗਾ ਪੰਜਾਬੀ ਸੂਬੇ ਦਾ, ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦਾ, ਸੂਬਾ ਤਾਂ 1965 'ਚ ਬਣਿਆ, ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦਾ ਮੋਰਚਾ ਲੱਗਣਾ ਸੀ। ਤੇ ਇਸ ਮੋਰਚੇ ਨੂੰ ਕੁਚਲਣ ਦੇ ਲਈ ਉਦੋਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਭੀਮ ਸੈਨ ਸੱਚਰ ਜਿਹੜੇ ਇੱਥੇ ਦੇ ਮੁੱਖ ਮੰਤਰੀ ਸੀਗੇ ਤੇ ਮਹਾਸ਼ਯ ਅਸ਼ਵਨੀ ਸ਼ਰਮਾ ਜਿਹੜੇ ਇੱਥੇ ਦੇ ਪੁਲਿਸ ਦੇ ਜਨਰਲ ਸੀਗੇ, ਉਹਨਾਂ ਨੂੰ ਇਹ ਸਾਰੇ ਇਖਤਿਆਰ ਦਿੱਤੇ ਗਏ ਤੇ ਉਹਨਾਂ ਨੇ 3 ਤੇ ਰਾਤ 4 ਦੀ ਦਰਮਿਆਨੀ ਰਾਤ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ। ਦਰਬਾਰ ਸਾਹਿਬ ਦੀਆਂ ਬਹੁਤ ਸਾਰੀਆਂ ਕੰਧਾਂ ਜਿਹੜੀਆਂ ਆ ਉਹ ਤੋੜ ਕੇ ਉਹ ਅੰਦਰ ਦਾਖਲ ਹੋਇਆ, ਸਾਰੀ ਮਰਿਆਦਾ ਉੱਥੇ ਦੀ ਭੰਗ ਕੀਤੀ ਗਈ ਆ। ਫੋਟੋਆਂ ਦੱਸਦੀਆਂ ਕਿੱਦਾਂ ਜੋੜੇ ਲੈ ਕੇ ਸੰਗਤ ਅੰਦਰ ਘੁੰਮਦੀ ਪਈ, ਉਹ ਜਿਹੜੀ ਪੁਲਿਸ ਆ ਉਹ ਅੰਦਰ ਘੁੰਮਦੀ ਪਈ ਆ, ਪ੍ਰਸ਼ਾਦ ਦੀ ਮਰਿਆਦਾ ਭੰਗ ਕਰ ਦਿੱਤੀ ਗਈ, ਅੰਮ੍ਰਿਤ ਜਿਹੜਾ ਉੱਥੇ ਲੰਗਰ ਆ ਲੰਗਰ ਬੰਦ ਕਰ ਦਿੱਤਾ ਗਿਆ। ਤੇ ਉਸ ਟਾਈਮ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਸਿੰਘ ਸਿੰਘਣੀਆਂ ਬੱਚੇ ਸੀਗੇ ਤੇ ਇਹਦੇ ਵਿੱਚ ਇੱਕ ਬਹੁਤ ਵੱਡਾ ਉਸ ਟਾਈਮ ਬੀਬੀਆਂ ਨੇ ਆਪਣਾ ਰੋਲ ਪਲੇ ਕੀਤਾ। ਜਦੋਂ ਦਰਸ਼ਨੀ ਡਿਓੜੀ ਦੇ ਵਿੱਚ ਉਹ ਸਾਰਿਆਂ ਨੇ ਦਰਸ਼ਨੀ ਡਿਓੜੀ ਉਹ ਬੈਠ ਗਏ, ਉਹ ਜਿਹੜੀ ਉਹ ਭਰ ਦਿੱਤੀ। ਪਰ ਹਮਲਾ ਇੰਨਾ ਗੰਭੀਰ ਸੀ ਕਿ ਵੀ ਅੰਨਾ ਲਾਠੀ ਚਾਰਜ ਕੀਤਾ ਗਿਆ ਤੇ ਕੌਮ ਤੋਂ ਪਹਿਲਾਂ ਜਿਹੜੇ ਆ ਉਹ ਹਥਿਆਰ ਸਾਰੇ ਰਖਾ ਲਏ ਗਏ। ਗੁਰਦੁਆਰਾ ਦਰਬਾਰ ਸਾਹਿਬ ਦੇ ਨਾਮ ਦੇ ਉੱਤੇ 24 ਲਾਇਸੈਂਸੀ ਹਥਿਆਰ ਸੀਗੇ, ਉਹ ਵੀ ਰਖਾ ਲਏ ਗਏ, ਉਹ ਜ਼ਬਤ ਕਰ ਲਏ ਗਏ। ਉਦੋਂ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀਗੇ, ਉਹਨਾਂ ਦੇ ਘਰੋਂ ਅਸਲਾ ਚੱਕ ਲਿਆਂਦਾ ਗਿਆ। ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਜਿਹੜੇ ਉਦੋਂ ਦੇ ਹੈੱਡ ਗ੍ਰੰਥੀ ਸੀਗੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਟਾਈਮ ਦੇ ਉੱਤੇ
ਬਾਬਾ ਹਰਕਿਸ਼ਨ ਸਿੰਘ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇਜਾ ਸਿੰਘ ਜੀ, ਗਿਆਨੀ ਤੇਜਾ ਸਿੰਘ ਜਿਹੜੇ ਉਦੋਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸੀਗੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਦਾਂ ਜਿਹੜੀ ਸਿੱਖ ਲੀਡਰਸ਼ਿਪ ਸਾਡੀਆਂ ਸਰਮੋਰ ਜਥੇਬੰਦੀਆਂ ਦੇ ਜਿਹੜੇ ਮੇਨ ਪ੍ਰਧਾਨ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਵੱਡੀ ਕੋਈ ਕੌਮ ਨੂੰ ਹੇਠੀ ਦਿਖਾਉਣ ਵਾਲੀ ਗੱਲ ਨਹੀਂ ਹੁੰਦੀ ਜਦੋਂ ਉਹਨਾਂ ਦੇ ਕੇਂਦਰੀ ਸਥਾਨ ਦੇ ਉੱਤੇ ਇਸ ਤਰੀਕੇ ਦੇ ਨਾਲ ਉੱਥੇ ਸਿੰਘਾਂ ਨੂੰ ਕੁੱਟਿਆ ਜਾਵੇ, ਬੱਚਿਆਂ ਨੂੰ ਕੁੱਟਿਆ ਜਾਵੇ, ਤੇ ਉੱਥੇ ਸ਼ਹਾਦਤਾਂ ਵੀ ਹੋਣ, ਤੇ ਗੁਰਮਰਿਆਦਾ ਜਿਹੜੀ ਭੰਗ ਕਰ ਦਿੱਤੀ ਜਾਵੇ। ਪਰ ਉਹ ਜਿਹੜੀ ਅਖੌਤੀ ਆਜ਼ਾਦੀ ਦਾ ਬੋਝ ਮਨ ਦੇ ਉੱਤੇ, ਕੌਮ ਦੇ ਉੱਤੇ ਇੰਨਾ ਸੀਗਾ ਕਿ ਅਸੀਂ ਤਾਂ 90% ਕੁਰਬਾਨੀਆਂ ਕਰਕੇ ਆਏ ਹਾਂ, ਤੇ ਅਸੀਂ ਉਹ ਜਿਹੜਾ ਸਾਡੇ ਨਾਲ ਬਹੁਤ ਵੱਡਾ ਇੱਥੇ ਦੁਖਾਂਤ ਵਾਪਰਿਆ, ਉਹਦਾ ਅਸੀਂ ਨਿਰਣਾਇਕ ਫੈਸਲਾ ਨਹੀਂ ਲੈ ਸਕੇ। ਜੇ ਉਸ ਟਾਈਮ ਤੇ ਨਿਰਣਾਇਕ ਫੈਸਲਾ ਲੈਣੇ ਤੇ 1984 ਕਦੀ ਵੀ ਨਹੀਂ ਵਾਪਰ ਸਕਦੀ ਸੀਗੀ, ਪਰ ਇਹ 1984 ਵੀ ਵਾਪਰੀ। ਤੇ ਅੱਜ ਵੀ ਕੌਮ ਦੇ ਹਾਲਾਤ ਸਾਡੇ ਸਾਹਮਣੇ ਆ, ਕਿੱਦਾਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਆ, ਕੌਮੀ ਹੱਕ ਜਿਹੜੇ ਮਾਰੇ ਜਾ ਰਹੇ ਆ, ਸਾਡੀ ਬੋਲਣ ਦੀ ਆਵਾਜ਼ ਕੁਚਲੀ ਜਾ ਰਹੀ ਆ, ਤੇ ਸਾਡੇ ਹੀ ਜਿਹੜੇ ਪ੍ਰਬੰਧਕੀ ਅਦਾਰੇ ਆ ਉਹ ਸਾਨੂੰ ਗੁਰਦੁਆਰਿਆਂ ਤੋਂ ਜਾਣ ਤੋਂ ਰੋਕਣ ਦਿਓ ਆ। ਤੇ ਭਰਾਵੋ, ਇਹ ਹਾਲਾਤ ਜਿਹੜੇ ਆ ਨਾ ਉਹ ਨਿੱਗਰ ਹੁੰਦੇ ਜਾ ਰਹੇ ਆ। ਪਰ ਜੇ ਅਸੀਂ ਅੱਜ ਉਹਨਾਂ ਦੇਖੋ, ਜਦੋਂ ਇਦਾਂ ਦਾ ਸਮਾਂ ਆ ਜਾਂਦਾ ਫਿਰ ਉਹ ਦੁੱਖਾਂ ਨੂੰ ਯਾਦ ਕੀਤਾ ਜਾਂਦਾ, ਉਹ ਘੱਲੂ ਘਾਰਿਆਂ ਨੂੰ ਯਾਦ ਕੀਤਾ ਜਾਂਦਾ। ਤੇ ਅਸੀਂ ਵੀ ਇੱਥੇ ਅੱਜ ਇਸ ਕੰਮ ਲਈ ਆਏ ਆ ਵੀ ਅਸੀਂ ਉਹ ਦਿਨ ਯਾਦ ਕਰੀਏ 66 ਸਾਲ ਪਹਿਲਾਂ ਜਿਹੜੇ ਨਾਲ ਸਾਡੇ ਨਾਲ ਜ਼ਬਰ ਤੇ ਧੱਕਾ ਹੋਇਆ, ਉੱਥੋਂ ਅਸੀਂ ਤਾਕਤ ਲਈਏ ਤੇ ਆਪਣੀ ਜਿਹੜੀ ਆਜ਼ਾਦੀ ਦੀ ਗੱਲ ਕਰੀਏ। ਤੇ ਇਹੀ ਹੱਲ ਆ, ਇਸ ਤੋਂ ਇਲਾਵਾ ਵੀਰੋ ਸਾਡੇ ਕੋਲ ਕੋਈ ਹੱਲ ਨਹੀਂ। ਤੇ ਗੁਰੂ ਸਾਹਿਬ ਕਿਰਪਾ ਕਰਨ, ਹੁਣ ਆਪਾਂ ਇੱਕ ਸੰਗਤੀ ਰੂਪ ਦੇ ਵਿੱਚ ਇਹਨੂੰ ਅਸੀਂ ਇੱਕ ਸੰਗਤੀ ਰੂਪ ਦੇਣਾ ਚਾਹੁੰਦੇ ਸੀ ਵੀ ਮਾਰਚ ਨੂੰ ਸੰਗਤੀ ਰੂਪ 'ਚ ਲਿਆਈਏ, ਕਿਉਂਕਿ ਜਦੋਂ ਉਦੋਂ ਲੜਾਈ ਹੋਈ ਆ, ਜਿਹੜਾ ਜ਼ਬਰ ਹੋਇਆ ਉਹ ਵੀ ਸੰਗਤ ਉੱਤੇ ਹੋਇਆ। ਤੇ ਪਰ ਜਦੋਂ ਸੰਤ ਜਰਨੈਲ ਸਿੰਘ ਜੂਝੇ ਆ, ਉਦੋਂ ਫਿਰ ਜਿਹੜੇ ਆ ਉਹ ਜੁਝਾਰੂ ਜੂਝੇ ਆ, ਉਹ ਯੋਧੇ ਜੂਝੇ ਆ। ਤੇ ਜਿਹੜਾ 55 'ਚ ਹੋਈ ਆ, ਉਹਦੇ ਵਿੱਚ ਜਿਹੜੇ ਸੀਗੇ ਉਦੋਂ ਸੰਗਤ ਦੇ ਉੱਤੇ ਅਥਾਹ ਤਸ਼ੱਦਦ ਹੋਇਆ। ਤੇ ਅਸੀਂ ਇਹ ਚਾਹੁੰਦੇ ਸੀ ਵੀ ਇਹਨੂੰ ਸੰਗਤੀ ਰੂਪ ਦੇ ਵਿੱਚ ਮਨਾਈਏ, ਸਾਡੇ ਬੱਚੇ ਵੀ ਨਾਲ ਹੋਣ, ਸਾਡੀਆਂ ਭੈਣਾਂ ਬੀਬੀਆਂ ਸਭ ਨਾਲ ਹੋਣ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਸਾਡੇ ਤੋਂ 66 ਸਾਲ ਪਹਿਲਾਂ ਬੀਬੀਆਂ ਨੇ ਕਿੱਦਾਂ ਇਹ ਹੱਕ ਲਿਓ ਆ, ਤੇ ਇਹਨਾਂ ਹੱਕਾਂ ਨੂੰ ਅਸੀਂ ਕਿੱਦਾਂ ਬਹਾਲ ਕਰਨਾ। ਮੇਰੀ ਸਾਰਿਆਂ ਨੂੰ ਹੁਣ ਬੇਨਤੀ ਆ, ਅਸੀਂ ਲੇਟ ਪਹਿਲਾਂ ਹੀ ਬਹੁਤ ਆ, ਕਿਉਂਕਿ ਸਵੇਰੇ 10 ਵਜੇ ਦਾ ਇੱਥੇ ਟਾਈਮ ਦਿੱਤਾ ਸੀਗਾ। ਸਾਰੇ ਮੇਰੇ ਭੈਣਾਂ ਭਰਾਵਾਂ ਨੂੰ ਪਤਾ ਵੀ ਆਪਾਂ ਕਿੱਦਾਂ ਲੇਟ ਹੋਏ ਆ। ਆਪਾਂ ਹੁਣ ਬਹੁਤਾ ਸਮਾਂ ਨਾ ਇਹ ਇੱਥੋਂ ਗੁਜ਼ਾਰਦੇ ਹੋਏ ਆਪਾਂ ਹੁਣ ਬਾਹਰ ਚਾਲੇ ਪਾਵਾਂਗੇ, ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਵਾਂਗੇ, ਉੱਥੇ ਅਰਦਾਸ ਕਰਾਂਗੇ। ਅਰਦਾਸ ਤੋਂ ਬਾਅਦ ਸਾਰੀਆਂ ਸੰਗਤਾਂ ਨੂੰ ਛੁੱਟੀ ਆ, ਤੇ ਸਾਰਿਆਂ ਨੇ ਇਹ ਵਾਹਿਗੁਰੂ ਦਾ ਜਾਪ ਕਰਦੇ ਹੋਏ ਅਸੀਂ ਉੱਥੇ ਜਾਣਾ ਆ, ਤੇ ਸਾਰੇ ਸਹਿਯੋਗ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 66 ਵਰ੍ਹੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਭਾਰਤ ਦੀ ਹਕੂਮਤ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀਗਾ, ਅੱਜ ਉਹਦੀ ਯਾਦ ਮਨਾਈ ਜਾ ਰਹੀ ਹੈ। ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸਿੱਖ ਸੰਗਤ ਦੇ ਰੂਪ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੱਕ ਮਾਰਚ ਕਰਨ ਜਾ ਰਹੇ ਨੇ। ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਤੋਂ ਸਨ 1955 ਨੂੰ ਦਰਬਾਰ ਸਾਹਿਬ ਦੇ ਉੱਪਰ ਇਹ ਹਮਲਾ ਕੀਤਾ ਗਿਆ ਸੀਗਾ। ਸੋ ਉਸ ਵੇਲੇ ਜਿਹੜੇ ਸਿੱਖ ਕੌਮ ਦੇ ਆਗੂ ਸੀਗੇ, ਉਹਨਾਂ ਦੇ ਕੋਲੋਂ ਉਸ ਵੇਲੇ ਦੀ ਹਕੂਮਤ ਨੇ ਹਥਿਆਰ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਸੀਗੇ। ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਤੇ ਉੱਪਰ ਵੀ ਪਾਬੰਦੀ ਲਾ ਦਿੱਤੀ ਗਈ ਸੀਗੀ। ਸੋ ਸਿੱਖ ਕੌਮ ਮਹਿਸੂਸ ਕਰਦੀ ਹੈ ਕਿ ਸਾਡੇ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਆਇਆ ਹੈਗਾ। ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸਾਡੇ ਨਾਲ ਹੈਗੇ ਨੇ। ਸੋ ਅੱਜ ਇਹ ਜਿਹੜਾ ਮਾਰਚ ਹੈਗਾ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਕੀਤਾ ਜਾ ਰਿਹਾ, ਤਾਂ ਕਿ ਕੁੱਲ ਦੁਨੀਆ ਨੂੰ ਦੱਸਿਆ ਜਾ ਸਕੇ ਕਿ 1984 ਦੇ ਬਾਰੇ ਤਾਂ ਕਿਹਾ ਜਾਂਦਾ ਹੈਗਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸਨ, ਇਸ ਕਰਕੇ ਸਾਨੂੰ ਇਹ ਸਾਰਾ ਕੁਝ ਕਰਨਾ ਪਿਆ। ਪਰ 1955 ਵਿੱਚ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨਹੀਂ ਸਨ। ਸੋ ਸਿੱਖ ਕੌਮ ਮਹਿਸੂਸ ਕਰਦੀ ਹੈ ਕਿ ਸਮੇਂ ਦੀ ਜਾਬਰ ਹਕੂਮਤ, ਜਦੋਂ ਸਨ 1947 ਵਿੱਚ ਮੁਲਕ ਕਹਿੰਦੇ ਆਜ਼ਾਦ ਹੁੰਦਾ ਤਾਂ ਮੁਲਕ ਆਜ਼ਾਦ ਹੋਣ ਤੋਂ ਕੇਵਲ 8 ਵਰ੍ਹਿਆਂ ਬਾਅਦ ਹੀ ਇਹ ਸਾਰਾ ਕੁਝ ਵਾਪਰ ਜਾਂਦਾ ਹੈਗਾ। ਆ ਜਿਹੜੇ ਹੱਥਾਂ ਵਿੱਚ ਬੈਨਰ ਫੜੇ ਹੋਏ ਨੇ ਨੌਜਵਾਨਾਂ ਨੇ, ਆ ਤੁਸੀਂ ਦੇਖ ਸਕਦੇ ਆ, ਇਹ ਮੂੰਹ ਬੋਲਦੀਆਂ ਤਸਵੀਰਾਂ ਨੇ ਕਿ ਸਨ 1955 ਦੇ ਵਿੱਚ ਕੀ ਕੁਝ ਵਾਪਰਿਆ ਸੀਗਾ। ਆ ਤੁਹਾਨੂੰ ਦਿਖਾ ਦਿੰਨੇ ਆ, ਤੁਸੀਂ ਦੇਖ ਸਕਦੇ ਹੋ ਜੋ ਕੁਝ ਵਾਪਰਿਆ ਸੀਗਾ, ਤੁਸੀਂ ਆਪਣੀਆਂ ਅੱਖਾਂ ਦੇ ਨਾਲ ਵੇਖ ਸਕਦੇ ਹੋ। ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਲਾਗੇ। ਅੱਜ ਜਿਹੜੇ ਨੌਜਵਾਨਾਂ ਨੇ ਆਪਣੇ ਹੱਥਾਂ ਵਿੱਚ ਫਲੈਕਸ ਫੜੇ ਹੋਏ ਨੇ, ਫੋਟੋਜ਼ ਮੂੰਹ ਬੋਲਦੀਆਂ ਤਸਵੀਰਾਂ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਪ੍ਰਕਰਮਾਂ ਦੇ ਵਿੱਚ ਪੁਲਿਸ ਵੜੀ ਹੋਈ ਸੀਗੀ, ਔਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉੱਥੇ ਕੰਧਾਂ ਢਾਈਆਂ ਹੋਈਆਂ ਨੇ। ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਵੀ ਉੱਥੇ ਸੁੱਟੇ ਗਏ, ਔਰ ਜਿਹੜੇ ਖਾਲੀ ਖੋਲ ਹੈਗੇ ਨੇ ਉਹ ਵੀ ਤੁਸੀਂ ਤਸਵੀਰਾਂ ਦੀ ਜ਼ੁਬਾਨੀ ਦੇਖ ਸਕਦੇ ਹੋ। ਸੋ
66 ਵਰੇ ਤੱਕ ਇਹ ਜਿਹੜੀ ਯਾਦ ਹੈਗੀ ਆ ਕਦੇ ਵੀ ਮਨਾਈ ਨਹੀਂ ਗਈ ਹੈ। 66 ਵਰਿਆਂ ਬਾਅਦ ਅੱਜ ਪਹਿਲੀ ਵਾਰ ਇਹ ਜਿਹੜੀ ਯਾਦ ਹੈਗੀ ਆ ਇਹ ਮਨਾਈ ਜਾ ਰਹੀ ਹੈ। 66 ਵਰਿਆਂ ਬਾਅਦ 66 ਵਰੇ ਇਹ ਯਾਦ ਨਹੀਂ ਸੀ ਮਨਾਈ ਗਈ। ਸੋ ਗੁਰਦੁਆਰਾ ਸ਼੍ਰੀ ਸੰਤੋਖ ਸਰ ਤੋਂ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਇਹ ਮਾਰਚ ਹੋਣਾ ਹੈ। ਸਾਰੇ ਮਾਰਚ ਦੀ ਤੁਹਾਨੂੰ ਕਵਰੇਜ ਇੱਦਾਂ ਹੀ ਵਿਖਾਵਾਂਗੇ। ਆਪਾਂ ਚੱਲਦੇ ਹਾਂ ਜੀ ਅੱਗੇ। ਸੋ ਮੇਰੇ ਨਾਲ ਸਰਦਾਰ ਮਨਜੀਤ ਸਿੰਘ ਜੀ ਹੈਗੇ ਨੇ, ਆਵਾਜ਼ੇ ਕੌਮ ਜਥੇਬੰਦੀ ਦੇ ਮੁੱਖ ਸੇਵਾਦਾਰ ਹੈਗੇ ਨੇ। ਕੀ ਕਹਿਣਾ ਚਾਹੁੰਦੇ ਹੋ? ਅੱਜ 66ਵੀਂ ਯਾਦ ਮਨਾਈ ਜਾ ਰਹੀ ਹੈ। 66 ਵਰੇ ਤੱਕ ਬਿਲਕੁਲ ਵੀ ਚੇਤੇ ਨਹੀਂ ਕੀਤਾ ਗਿਆ ਇਸ ਹਾਦਸੇ ਨੂੰ। ਦੇਖੋ ਇਹ ਪਹਿਲੀ ਤੇ ਗੱਲ ਆ, ਇਹਦੇ ਚ ਸਾਡੇ ਦੋਹਰੇ ਦੁੱਖ ਆ ਲੁਕੇ ਹੋਏ। ਪਹਿਲਾ ਦੁੱਖ ਸਾਡਾ ਇਸ ਚੀਜ਼ ਦਾ ਕਿ ਅੱਜ ਦੀ ਜਿਹੜੀ ਇਹ ਯਾਦ ਆ 66 ਸਾਲ ਬਾਅਦ ਮਨਾਈ ਜਾ ਰਹੀ ਆ। ਸਾਡੇ ਤੋਂ ਪਹਿਲਾਂ ਜ਼ਿੰਮੇਵਾਰੀ ਇਹ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਬਣਦੀ ਸੀ, ਕਿਉਂਕਿ ਸਾਡੀ ਜਥੇਬੰਦੀ ਜਿਹੜੀ ਮਹਿਜ਼ 2 ਸਾਲ ਪੁਰਾਣੀ ਆ ਤੇ ਪਿਛਲੇ 2 ਸਾਲ ਤੋਂ ਅਸੀਂ ਪੰਥਕ ਗਤੀਵਿਧੀਆਂ ਕਰਦੇ ਆ ਰਹੇ ਹਾਂ ਲਗਾਤਾਰ। ਉਹਨਾਂ ਦੇ ਵਿੱਚ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦੀ ਜਿਹੜੀ ਜ਼ਰੂਰਤ ਮਹਿਸੂਸ ਹੋਈ ਕਿ ਸਾਨੂੰ ਕੌਮ ਨੂੰ ਇਸ ਚੀਜ਼ ਨੂੰ ਯਾਦ ਕਰਾਉਣ ਦੀ ਜ਼ਰੂਰਤ ਹੈ ਕਿ 1984 ਪਹਿਲੀ ਵਾਰ ਨਹੀਂ ਸੀ ਵਾਪਰੀ। ਇਸ ਤੋਂ ਪਹਿਲਾਂ ਹੀ ਹਕੂਮਤ ਨੇ ਆਪ ਦਾ ਜਿਹੜਾ ਚਿਹਰਾ ਸੀ ਉਹ ਜਿਹੜੀ ਜਿਸ ਦੇ ਲਈ ਸਿੱਖ ਬੜੇ ਮਾਣ ਨਾਲ ਇਹ ਗੱਲ ਕਹਿੰਦੇ ਆ ਵੀ ਅਸੀਂ 90% ਕੁਰਬਾਨੀਆਂ ਕੀਤੀਆਂ। ਉਹ 90% ਕੁਰਬਾਨੀਆਂ ਦਾ ਤੋਹਫਾ ਸਾਨੂੰ ਸਟੇਟ ਨੇ ਮਹਿਜ਼ 5-7 ਸਾਲ ਬਾਅਦ ਹੀ ਦਿੱਤਾ ਸੀ। 1955 ਦੇ ਵਿੱਚ ਦਰਬਾਰ ਸਾਹਿਬ ਤੇ ਪਹਿਲਾ ਅਟੈਕ ਕਰਕੇ ਨਿਹੱਥੀ ਸੰਗਤ ਦੇ ਉੱਤੇ ਜਿਹੜਾ ਸੀਗਾ ਅੰਨ੍ਹੇਵਾਹ ਤਸ਼ੱਦਦ ਕਰਕੇ ਉਹ ਪਹਿਲਾ ਗਿਫਟ ਸਾਨੂੰ ਸਟੇਟ ਨੇ ਦਿੱਤਾ ਸੀ। ਅੱਛਾ, ਇਹ ਦੇਖੋ ਇਹ 66 ਵਰੇ ਪਹਿਲਾਂ ਇਹ ਕੁਝ ਵਾਪਰਦਾ ਹੈਗਾ ਆਜ਼ਾਦੀ ਤੋਂ ਕੇਵਲ 8 ਵਰਿਆਂ ਬਾਅਦ, ਔਰ 1984 ਵਾਪਰਦੀ ਹੈ। ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੂੰ, ਸਿੱਖਾਂ ਨੂੰ, ਜਿਨ੍ਹਾਂ ਨੂੰ ਅੱਜ ਵੀ ਲੱਗਦਾ ਹੈਗਾ ਕਿ ਅਸੀਂ ਭਾਰਤ ਵਾਸੀ ਹਾਂ ਔਰ ਸਾਨੂੰ ਮਾਣ ਦੇ ਨਾਲ ਕਹਿਣਾ ਚਾਹੀਦਾ ਕਿ ਹਮ ਹੈ ਹਿੰਦੁਸਤਾਨੀ? ਸਿੱਖਾਂ ਨੂੰ ਆਪਣੀ ਚੇਤਨਤਾ ਵੱਲ ਬਰੀਕੀ ਦੇ ਨਾਲ ਝਾਤ ਮਾਰਨ ਦੀ ਜ਼ਰੂਰਤ ਆ। ਔਰ ਜਿਹੜੇ ਅੱਜ ਦੇ ਇਹ ਦਿਨ ਅਸੀਂ ਮਨਾ ਰਹੇ ਹਾਂ, ਸਿੱਖਾਂ ਦੇ ਚੇਤਨਤਾ ਦੇ ਅੰਦਰ ਇਸ ਚੀਜ਼ ਦੀ ਹੋਰ ਕਲੈਰਿਟੀ ਕਰਨ ਦੇ ਵਿੱਚ ਬਹੁਤ ਜ਼ਿਆਦਾ ਅਹਿਮ ਰੋਲ ਅਦਾ ਕਰਨਗੇ ਕਿ ਇਹ ਜਿਹੜਾ ਅਸੀਂ ਵੱਖ-ਵੱਖ ਰੂਪ ਦੇਖਦੇ ਹਾਂ ਕਿ ਸ਼ਾਇਦ 1984 ਭਿੰਡਰਾਂ ਵਾਲਿਆਂ ਕਰਕੇ ਵਾਪਰੀ ਆ ਜਾਂ ਸ਼ਾਇਦ 1984 ਖਾਲਿਸਤਾਨ ਦੇ ਨਾਂ ਕਰਕੇ ਵਾਪਰੀ ਆ, ਸਾਨੂੰ ਇਹ ਭੁੱਲਦਾ ਆ। ਅਸੀਂ ਇਸ ਚੀਜ਼ ਦੇ ਵਿੱਚ ਚੰਗੀ ਤਰ੍ਹਾਂ ਨਾਲ ਪ੍ਰਪੇਅਰ ਹੋ ਸਕਦੇ ਹਾਂ, ਸਮਝ ਸਕਦੇ ਇਸ ਗੱਲ ਨੂੰ ਕਿ ਸਟੇਟ ਕਦੇ ਵੀ ਸਿੱਖ ਆਈਡੀਓਲੋਜੀ ਨੂੰ ਪਸੰਦ ਨਹੀਂ ਕਰਦੀ। ਇਹ ਸਿੱਖ ਆਇਡੈਂਟੀਟੀ ਦੇ ਉੱਤੇ ਵਾਰ ਆ, ਇਹ ਸਿੱਖੀ ਨੂੰ ਖਤਮ ਕਰਨ ਦੇ ਲਈ ਵਾਰ ਆ। ਇਸ ਤੋਂ ਵੱਧ ਹੋਰ ਕੁਝ ਨਹੀਂ। ਸਾਨੂੰ ਅੱਜ ਵੀ ਅਗਰ ਅਸੀਂ ਭੁਲੇਖੇ 'ਚ ਆ ਤੇ ਸਾਨੂੰ ਬਹੁਤ ਇਸ ਚੀਜ਼ ਦਾ ਦੁੱਖ ਆ ਕਿ ਸਿੱਖ ਅੱਜ ਵੀ ਭੁਲੇਖੇ ਤੁਰੇ ਫਿਰਦੇ ਆ। ਇਹ ਸਟੇਟ ਦਾ ਸਿੱਖਾਂ ਪ੍ਰਤੀ ਰਵੱਈਆ ਸਮਝਣ ਦੇ ਵਿੱਚ ਅੱਜ ਦਾ ਦਿਨ ਬਹੁਤ ਸਹਿਯੋਗ ਕਰੂਗਾ। ਤੁਹਾਨੂੰ ਲੱਗਦਾ ਕਿ ਲੋਕ ਸਮਝਣਗੇ ਇਹਨਾਂ ਚੀਜ਼ਾਂ ਨੂੰ? ਨਹੀਂ, ਬਿਲਕੁਲ। ਦੇਖੋ ਜਿਹੜੇ ਕੋਈ ਵੀ ਇਹ ਮੈਂ ਗੱਲ ਤਾਂ ਪੁੱਛਦਾ ਹੈਗਾ ਕਿਉਂਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਤੁਸੀਂ ਦੇਖੋ ਹੁਣ ਨਵੀਂ ਪਾਰਟੀ ਜਿਹੜੀ ਆਮ ਆਦਮੀ ਪਾਰਟੀ, ਉਹਦੇ ਵਿੱਚ ਜਿਹੜੇ ਬੰਦੇ ਸ਼ਾਮਲ ਕਰ ਰਹੇ ਆ ਸਾਬਕਾ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ, ਉਹ ਇਹ ਗੱਲ ਕਹਿ ਰਹੇ ਹੈਗੇ ਇੱਥੋਂ ਅੰਮ੍ਰਿਤਸਰ ਦੇ ਵਿੱਚ ਹੀ ਬੈਠ ਕੇ, ਔਰ ਕੇਜਰੀਵਾਲ ਜਿਹੜਾ ਕਿ ਇੱਥੇ ਲక్ష్ਮੀ ਕਾਂਤਾ ਚਾਵਲਾ ਦੇ ਪੈਰੀਂ ਹੱਥ ਲਾਉਂਦਾ ਕਿ ਲక్ష్ਮੀ ਕਾਂਤਾ ਚਾਵਲਾ ਨੂੰ ਕੌਣ ਨਹੀਂ ਜਾਣਦਾ ਹੈਗਾ, ਔਰ ਉਹਦੇ ਵਿੱਚ ਆਈਜੀ ਸਾਬਕਾ ਉਹ ਇਹ ਗੱਲ ਕਹਿੰਦੇ ਹੈਗੇ ਕੁਮਰ ਵਿਜੇ ਪ੍ਰਤਾਪ ਕਿ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ। ਔਰ ਮਨਜੀਤ ਸਿੰਘ ਜੀ, ਮੈਂ ਵੇਖਦਾ ਕਿ ਵੱਡੀ ਗਿਣਤੀ ਵਿੱਚ ਉੱਥੇ ਪੱਗਾਂ ਵਾਲੇ ਸਰਦਾਰ ਸ਼ਾਮਲ ਹੁੰਦੇ ਆ ਉਹਨਾਂ ਚੀਜ਼ਾਂ ਉੱਥੇ ਆ ਕੇ। ਲੱਗਦਾ ਨਹੀਂ ਹੈਗਾ ਕਿ ਲੋਕ ਨਹੀਂ ਸਮਝ ਰਹੇ ਹਾਲੇ ਵੀ? ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਕਿ ਲੋਕ ਨਹੀਂ ਸਮਝ ਰਹੇ। ਇਸੇ ਕਰਕੇ ਅਸੀਂ ਅੱਜ ਦੇ ਜਿਹੜਾ ਪ੍ਰੋਟੈਸਟ ਹੈਗਾ ਆ ਇਹ ਵੀ ਉਸ ਚੀਜ਼ ਦਾ ਰਿਐਕਸ਼ਨ ਆ। ਕਿਤੇ ਨਾ ਕਿਤੇ ਸਿੱਖਾਂ ਨੂੰ ਇਹ ਗੱਲ ਸਮਝਾਉਣ ਦੇ ਲਈ ਵੀ ਜਿਹੜੇ ਅੱਜ ਸਿੱਖ ਇਸ ਭੁਲੇਖੇ ਦੇ ਵਿੱਚ ਕਦੇ ਕੇਜਰੀਵਾਲ ਦੇ ਵਿੱਚੋਂ ਕੁਝ ਲੱਭਦੇ ਆ ਆਸ ਦੀ ਕਿਰਨ, ਕਦੇ ਉਹ ਕਿਸੇ ਹੋਰ ਪਾਰਟੀ ਚੋਂ ਆਸ ਦੀ ਕਿਰਨ ਲੱਭਦੇ ਆ। ਉਹ ਇੰਡੀਆ ਦੇ ਵਿੱਚੋਂ ਹੀ ਜਿਹੜੀ ਸਟੇਟ ਤੁਹਾਨੂੰ ਖਤਮ ਕਰਨਾ ਚਾਹੁੰਦੀ ਆ ਉਹਦੇ ਸਿਸਟਮ ਦੇ ਵਿੱਚੋਂ ਹੀ ਆਜ਼ਾਦੀ ਲੱਭ ਰਿਹਾ। ਇਹ ਤੋਂ ਵੱਡੀ ਬੇਵਕੂਫੀ ਤੇ ਅਕਲ ਦੀ ਘਾਟ ਮੈਂ ਕਹਿ ਸਕਦਾ ਇਹ ਚੀਜ਼ ਤੋਂ ਵੱਧ ਨਹੀਂ ਹੋ ਸਕਦਾ, ਹੋਰ ਕੋਈ ਵੀ ਕਾਰਨ ਨਹੀਂ ਹੋ ਸਕਦਾ। ਕਾਰਨ ਇਹ ਆ ਕਿ ਸਿੱਖਾਂ ਨੂੰ ਅੱਜ ਵੀ ਅਗਰ ਇਸ ਭੁਲੇਖੇ 'ਚ ਰਵਾਂਗੇ ਤੇ ਜਿੱਦਾਂ ਪਿਛਲੇ ਲੰਬੇ ਅਰਸੇ ਤੋਂ 47 ਤੋਂ ਲੈ ਕੇ ਅੱਜ ਤੱਕ ਜੋ ਸਾਡਾ ਹਸ਼ਰ ਹੋ ਰਿਹਾ, ਇਹੀ ਕਾਰਨ ਹੈ ਵੀ ਅੱਜ ਨਿੱਤ ਸਾਡੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ। ਸਾਡੇ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ, ਖਾੜਕੂ ਕਹਿ ਕੇ, ਕੁਝ ਕਹਿ ਕੇ ਜਿਹੜਾ ਹੈਗਾ ਆ ਉਹ ਚੁੱਕਿਆ ਜਾਂਦਾ ਤੇ ਸ਼ਹੀਦ ਕੀਤਾ ਜਾਂਦਾ ਹੈ ਵਾਰ-ਵਾਰ। ਅੰਨ੍ਹੇਵਾਹ ਜਿਹੜਾ ਹੈਗਾ ਸਿੱਖਾਂ ਦਾ ਕਤਲੇਆਮ ਹੋ ਰਿਹਾ, ਇਹ ਸਿਰਫ ਤੇ ਸਿਰਫ ਸਾਡੀ ਇਸ ਚੀਜ਼ ਦੀ ਦੁਬਿਧਾ ਦੇ ਕਰਕੇ ਹੀ ਆ। ਅਸੀਂ ਆਪਣਾ ਦੁਸ਼ਮਣ ਨਹੀਂ ਪਛਾਣ ਪਾ ਰਹੇ ਔਰ ਅਸੀਂ ਆਪਣੀ ਬਿਮਾਰੀ ਦੀ ਰਮਜ਼ ਨਹੀਂ ਸਮਝ ਪਾ ਰਹੇ, ਤੇ ਉਹ ਰਮਜ਼ ਸਮਝਣ ਵਾਸਤੇ ਅੱਜ ਦਾ ਇਹ ਪ੍ਰੋਟੈਸਟ ਹੈ ਸਾਡਾ। ਜ਼ਰੂਰ ਤੁਸੀਂ ਦੇਖਿਆ ਕਿ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਅੱਜ ਦਾ ਇਹ ਮਾਰਚ ਹੈਗਾ ਇਹ ਇਸ ਗੱਲ ਵਿੱਚ ਸਹਾਈ ਹੋਊਗਾ ਕਿ ਆਪਾਂ ਪੰਜਾਬ ਦੇ ਲੋਕ, ਖਾਸ ਕਰਕੇ ਸਿੱਖ ਭਾਈਚਾਰੇ ਦੇ ਲੋਕ, ਉਹਨਾਂ ਦਾ ਆਜ਼ਾਦੀ ਤੋਂ ਬਿਨਾਂ ਬਿਲਕੁਲ ਵੀ ਨਹੀਂ ਸਰਨਾ ਹੈਗਾ। ਮੇਰੇ ਨਾਲ ਸਰਦਾਰ ਨੋਬਲਜੀਤ ਸਿੰਘ ਜੀ ਹੈਗੇ ਨੇ। ਨੋਬਲਜੀਤ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਦਿਨ ਤੇ? ਅੱਜ ਅਸੀਂ 66 ਸਾਲ ਬਾਅਦ
ਜਿਹੜੀ ਪਹਿਲਾਂ ਘਟਨਾ ਵਾਪਰੀ ਉਹ ਅੱਜ ਮੁੜ ਸਰਜੀਤ ਹੋ ਗਈ ਆ। ਅਸੀਂ ਉਹ ਘਟਨਾ ਨੂੰ ਬੜਾ ਦਿਲੋਂ ਯਾਦ ਕਰ ਰਹੇ ਆ ਤੇ ਉਸ ਟਾਈਮ ਦੇ ਉੱਤੇ ਜਿਹੜਾ ਸਾਡੇ ਤੇ ਕਹਿਰ ਦਾ ਤਸ਼ੱਦਦ ਹੋਇਆ, ਜਿਹੜੀ ਸਰਕਾਰ ਦੀ ਪਾਲਿਸੀ ਸੀਗੀ ਉਸ ਟਾਈਮ ਦੇ ਉੱਤੇ, ਅੱਜ ਉਹ 73 ਸਾਲ ਬਾਅਦ ਵੀ ਉਹ 'ਚ ਕੋਈ ਤਬਦੀਲੀ ਨਹੀਂ ਆਈ। ਮੈਂ ਤੁਹਾਡੇ ਕੋਲ ਦੁਬਾਰਾ ਆਉਣਾ, ਮੈਨੂੰ ਲੱਗਦਾ ਕਿ ਆ ਵੀ ਬੜਾ ਜ਼ਰੂਰੀ ਆ। ਦਰਬਾਰ ਸਾਹਿਬ ਤੇ ਹਮਲਾ ਨਹੀਂ ਭੁੱਲਾਂਗੇ, ਨਹੀਂ ਭੁੱਲਾਂਗੇ, ਨਹੀਂ ਭੁੱਲਾਂਗੇ। ਦਰਬਾਰ ਸਾਹਿਬ ਤੇ ਹਮਲਾ ਨਹੀਂ ਭੁੱਲਾਂਗੇ, ਨਹੀਂ ਭੁੱਲਾਂਗੇ, ਨਹੀਂ ਭੁੱਲਾਂਗੇ। ਦਰਬਾਰ ਸਾਹਿਬ ਤੇ ਹਮਲਾ ਨਹੀਂ ਭੁੱਲਾਂਗੇ, ਨਹੀਂ ਭੁੱਲਾਂਗੇ, ਨਹੀਂ ਦਰਨਾਂਗੇ। ਜੀ ਨੋਬਲਜੀਤ ਸਿੰਘ ਜੀ ਮੇਰੇ ਨਾਲ ਹੈਗੇ ਨੇ ਜੀ। ਨੋਬਲਜੀਤ ਸਿੰਘ ਜੀ ਤੁਸੀਂ ਗੱਲ ਕਰ ਰਹੇ ਸੀਗੇ। ਹਾਂਜੀ, ਇਹ ਮੈਂ ਇਹੀ ਗੱਲ ਕਰ ਰਿਹਾ ਸੀਗਾ ਵੀ 66 ਸਾਲ ਪਹਿਲਾਂ ਜਿਹੜੀ ਘਟਨਾ ਘਟੀ ਆ ਉਹ ਸਰਕਾਰ ਦੀ ਨੀਤੀ ਨੂੰ ਕਲੀਅਰ ਕਰਦੀ ਆ। ਪਰ ਇਹ ਵੀ ਮੈਂ ਨਾਲ ਕਹਿਣਾ ਵੀ 1966 ਤੋਂ ਜਿਹੜਾ ਇਹ ਨੀਤੀ ਸੀਗੀ ਸਰਕਾਰ ਦੀ, ਉਹਦੇ 'ਚ ਕੋਈ ਬਦਲਾਅ ਨਹੀਂ ਆਇਆ। 1984 ਉਹ 'ਚ ਹੋਰ ਗੈਰ ਬਣ ਕੇ ਵਾਪਰੀ ਤੇ ਅੱਜ ਜਿਹੜੇ ਹਾਲਾਤਾਂ ਦੇ ਵਿੱਚ ਅੱਜ ਕੌਮ ਖੜੀ ਆ ਉਹ ਵੀ ਤੁਹਾਡੇ ਸਾਹਮਣੇ ਆ। ਤੇ ਅੱਜ ਸਮਾਂ ਆ ਗਿਆ ਸੀ ਮੁੜ ਸਰਕਾਰ ਦੀ ਪਾਲਿਸੀ ਦਾ ਐਨਾਲਿਸਿਸ ਕਰੀਏ। ਕੌਮ ਕਿਹਨਾਂ ਹਾਲਾਤਾਂ 'ਚ ਖੜੀ ਤੁਹਾਨੂੰ ਲੱਗਦੀ ਹੈ? ਨਹੀਂ, ਕੌਮ ਦੇਖੋ ਗੁਰੂ ਸਾਹਿਬ ਦੀ ਬੇਅਦਬੀ ਹੋ ਚੁੱਕੀ ਆ ਤੇ ਇੱਥੇ ਦੀਆਂ ਰਾਜਨੀਤਿਕ ਪਾਰਟੀਆਂ ਖੇਡ ਰਹੀਆਂ ਆ ਤੇ ਕੌਮ ਦੇ ਗੋਲੀਆਂ ਮਾਰੀਆਂ ਜਾਂਦੀਆਂ ਜਦੋਂ ਹੱਕ ਮੰਗੇ ਜਾਂਦੇ ਆ। ਤੇ ਜਿਹੜਾ ਇੱਥੇ ਯੂਏਪੀਏ ਦੇ ਅੰਡਰ ਅਣਗਿਣਤ ਨੌਜਵਾਨਾਂ ਨੂੰ ਡੱਕ ਦਿੱਤਾ ਜਾਂਦਾ ਵੀ ਉਹਨੇ WhatsApp ਤੇ Facebook ਤੇ ਕੋਈ ਜਿਹੜੀ ਗੱਲ ਸਾਂਝੀ ਕੀਤੀ ਆ। ਤੇ ਇਹੀ ਤਾਂ ਗੱਲ ਉਦੋਂ ਸੀ ਕਿ ਜਦੋਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਤੇ ਉਹਨਾਂ ਨੇ ਸਾਨੂੰ ਕੁਚਲਣ ਦੀ ਗੱਲ ਕਹੀ। ਜਦ ਸਾਰੇ ਦੇਸ਼ ਦੇ ਸੂਬਿਆਂ ਦੀ ਵੰਡ ਹੋ ਸਕਦੀ ਆ ਫਿਰ ਪੰਜਾਬੀ ਸੂਬਾ ਸਾਨੂੰ ਕਿਉਂ ਬਿਨਾਂ ਸੰਘਰਸ਼ ਤੋਂ ਨਹੀਂ ਮਿਲ ਸਕਦਾ ਸੀ? ਜਿਹੜੀ ਕੌਮ ਨੂੰ ਇਹ ਕਹਿੰਦੇ ਸੀ 90% ਕੌਮ ਨੇ ਕੁਰਬਾਨੀਆਂ ਕੀਤੀਆਂ, ਉਹ ਕੌਮ ਨੂੰ ਇਹਨਾਂ ਨੇ 2 ਦਿਨਾਂ 'ਚ ਖੁੰਝੇ ਲਾ ਦਿੱਤੇ ਜਦੋਂ ਇਹਨਾਂ ਨੇ ਕਿਹਾ ਜਰਮ ਪੇਸ਼ਾ ਕੌਮ ਆ। ਤੇ ਅੱਜ ਅਸੀਂ ਇਹ ਦਿਨ ਯਾਦ ਕੀਤਾ, ਅਸੀਂ ਹਰ ਸਾਲ ਦਿਨ ਯਾਦ ਕਰਾਂਗੇ। ਇਹ ਹਕੂਮਤ ਦੀ ਨੀਤੀ ਨੂੰ ਜਿਹੜਾ ਆ ਉਹ ਅਸੀਂ ਨਸ਼ਰ ਕਰਾਂਗੇ। ਤੁਹਾਨੂੰ ਲੱਗਦਾ ਨਹੀਂ ਵੀ ਕਾਫੀ ਹੱਦ ਤੱਕ ਜਿੱਦਾਂ ਉਦੋਂ ਪੰਜਾਬੀ ਸੂਬਾ ਮੋਰਚਾ ਜ਼ਿੰਦਾਬਾਦ ਕਹਿਣ ਤੇ ਵੀ ਪਾਬੰਦੀ ਸੀਗੀ, ਪਰ ਅੱਜ ਤੁਸੀਂ ਖਾਲਿਸਤਾਨ ਜ਼ਿੰਦਾਬਾਦ ਬੜੇ ਆਰਾਮ ਨਾਲ ਕਹਿ ਜਾਂਦੇ ਹੋ? ਥੋੜਾ ਤੁਸੀਂ ਪੋਜ਼ਿਟਿਵ ਵੀ ਹੈਗਾ ਕੁਝ? ਨਹੀਂ, ਇਹ ਇਦਾਂ ਦੀਆਂ ਗੱਲਾਂ ਨੂੰ ਇਹ ਮਤਲਬ ਪੋਜ਼ਿਟਿਵ ਦੇਖਣਾ ਮੈਨੂੰ ਨਹੀਂ ਲੱਗਦਾ। ਇਹ ਖਾਲਿਸਤਾਨ ਜਿੰਦਾਬਾਦ ਕਹਿਣਾ ਕੋਈ ਮਤਲਬ ਸਾਡੇ ਦੇ ਉੱਤੇ ਕੋਈ ਸਟੇਟ ਜਿਹੜੀ ਆ ਉਹ ਕੋਈ ਉਹ ਰਹਿਮ ਨਹੀਂ ਕਰ ਰਹੀ ਇਹ ਗੱਲ ਕਹਿ ਕੇ ਸਾਡੇ ਤੇ। ਇਹ ਸਾਡਾ ਹੱਕ ਆ, ਇਹ ਸਾਡਾ ਮੌਲਿਕ ਅਧਿਕਾਰ ਆ, ਅਸੀਂ ਕਹਿ ਸਕਦੇ ਆ ਇਹ ਗੱਲਾਂ। ਤੇ ਇਹ ਕੋਈ ਸਾਡੇ ਤੇ ਅਹਿਸਾਨ ਨਹੀਂ ਇਸ ਗੱਲ ਦਾ ਹੈਗਾ। ਜਦੋਂ ਕਿ ਖਾਲਿਸਤਾਨ ਜਿੰਦਾਬਾਦ ਕਹਿਣ ਦੇ ਲਈ ਅਣਗਿਣਤ ਨੌਜਵਾਨ ਜੇਲ੍ਹਾਂ ਦੇ ਅੰਦਰ ਆ ਤੇ ਉਹਨਾਂ ਨੂੰ 3 ਸਾਲ ਬਾਅਦ ਕਹਿ ਦਿੱਤਾ ਜਾਂਦਾ, 4 ਸਾਲ ਬਾਅਦ ਉਹਨਾਂ ਦਾ ਭਵਿੱਖ ਤਬਾਹ ਕਰਕੇ ਕभी ਕੋਈ ਗੱਲ ਨਹੀਂ, ਇਹ ਮਤਲਬ ਇਹ 'ਚ ਕੋਈ ਗਲਤ ਨਹੀਂ ਸੀ। ਤੁਸੀਂ ਦੇਖਿਆ ਕਿ ਵੀਰ ਦਾ ਕਹਿਣਾ ਹੈਗਾ ਕਿ ਖਾਲਿਸਤਾਨ ਜ਼ਿੰਦਾਬਾਦ ਕਹਿਣਾ ਜਿਹੜਾ ਹੈਗਾ ਉਹ ਸਾਡਾ ਮੌਲਿਕ ਹੱਕ ਹੈਗਾ, ਅਸੀਂ ਕਹਿ ਸਕਦੇ ਹਾਂ। ਔਰ ਜੇ ਇੱਥੋਂ ਦੀ ਹਕੂਮਤ ਸਾਨੂੰ ਖਾਲਿਸਤਾਨ ਜ਼ਿੰਦਾਬਾਦ ਕਹਿ ਲੈਣ ਦਿੰਦੀ ਹੈ, ਜੇ ਹਕੂਮਤ ਕਿਸੇ ਦੇ ਉੱਪਰ ਖਾਲਿਸਤਾਨ ਜ਼ਿੰਦਾਬਾਦ ਕਹਿਣ ਤੇ ਕਾਰਵਾਈ ਨਹੀਂ ਕਰਦੀ, ਕਿਸੇ ਦੇ ਉੱਪਰ ਕਰਦੀ ਹੈ ਕਿਸੇ ਦੇ ਉੱਪਰ ਨਹੀਂ ਕਰਦੀ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਹਕੂਮਤ ਸਾਡੇ ਤੇ ਕੋਈ ਸਹਾਨ ਨਹੀਂ ਕਰਦੀ, ਇਹ ਸਾਡਾ ਕੌਮੀ ਹੱਕ ਹੈ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅੱਜ ਤੋਂ 66 ਵਰ੍ਹੇ ਪਹਿਲਾਂ ਸਨ 1955 ਦੇ ਵਿੱਚ ਇਸੇ ਦਰਬਾਰ ਸਾਹਿਬ ਦੇ ਉੱਪਰ ਇੱਥੋਂ ਦੀ ਹਕੂਮਤ ਵੱਲੋਂ ਜੋ ਹਮਲਾ ਕੀਤਾ ਗਿਆ ਸੀਗਾ, ਅੱਜ 66 ਵਰ੍ਹਿਆਂ ਬਾਅਦ ਉਹਦੀ ਯਾਦ ਮਨਾਈ ਜਾ ਰਹੀ ਹੈ। 66 ਵਰ੍ਹੇ ਤੱਕ ਆਮ ਕਰਕੇ ਉਸ ਤਰੀਕੇ ਦੇ ਨਾਲ ਜਿਵੇਂ ਅੱਜ ਚੇਤੇ ਕੀਤਾ ਜਾ ਰਿਹਾ, ਉਸ ਘਟਨਾ ਨੂੰ ਨਹੀਂ ਸੀ ਚੇਤੇ ਕੀਤਾ ਗਿਆ। ਆਵਾਜ਼ੇ ਕੌਮ ਜਥੇਬੰਦੀ, ਹੋਰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਤੇ ਸਿੱਖ ਸੰਗਤ ਅੱਜ ਇੱਥੇ ਹਾਜ਼ਰ ਹੈ। ਗੁਰਦੁਆਰਾ ਸੰਤੋਖਸਰ ਤੋਂ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਇਹ ਮਾਰਚ ਅੱਜ ਕੱਢਿਆ ਜਾ ਰਿਹਾ ਹੈਗਾ। ਵੀਰਾਂ ਦਾ ਕਹਿਣਾ ਹੈਗਾ ਕਿ ਕੌਮ ਨੂੰ ਇੱਕ ਚੇਤਨ ਕਰਨ ਦੇ ਵਾਸਤੇ ਇਹ ਮਾਰਚ ਬੜਾ ਸਹਾਈ ਹੋਏਗਾ, ਲਾਭਦਾਇਕ ਸਿੱਧ ਹੋਊਗਾ। ਔਰ ਜਿਵੇਂ ਵੀਰਾਂ ਨੇ ਆਖਿਆ ਹੈਗਾ ਕਿ ਜਿਵੇਂ 1984 ਦੇ ਬਾਰੇ ਸਮੇਂ ਦੀ ਹਕੂਮਤ ਵੱਲੋਂ ਐਦਾਂ ਦਾ ਪ੍ਰਚਾਰ ਕਰਕੇ ਬੁੱਤਾ ਲਾ ਲਿਆ ਜਾਂਦਾ ਹੈਗਾ, ਆਪਣਾ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਵੇਲੇ ਇੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਨ, ਉਸ ਵੇਲੇ ਇੱਥੇ ਅੱਤਵਾਦੀ ਲੁਕੇ ਹੋਏ ਸਨ। ਸਮੇਂ ਦੀ ਹਕੂਮਤ ਇਦਾਂ ਦੀ ਗੱਲ ਕਹਿੰਦੀ ਹੈ, ਭਾਰਤੀ ਮੀਡੀਆ ਵੀ ਇਦਾਂ ਦੀ ਗੱਲ ਜੇ ਪ੍ਰਚਾਰਦਾ ਹੈ। ਤਾਂ ਵੀਰਾਂ ਦਾ ਕਹਿਣਾ ਹੈਗਾ ਕਿ ਸਨ 1955 ਦੇ ਵਿੱਚ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨਹੀਂ ਸਨ, ਫਿਰ ਉਸ ਵੇਲੇ ਇੱਥੇ ਹਮਲਾ ਕਿਉਂ ਹੋਇਆ? ਔਰ ਉਸ ਵੇਲੇ ਦੇ ਜਿਹੜੇ ਆਗੂ ਸੀਗੇ ਮਾਸਟਰ ਤਾਰਾ ਸਿੰਘ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਸਾਰੇ ਆਗੂ, ਉਹਨਾਂ ਨੂੰ ਪਹਿਲਾਂ ਨਿਹੱਥੇ ਕਰ ਲਿਆ ਜਾਂਦਾ। ਉਹਨਾਂ ਦੇ ਕੋਲ ਜਿਹੜੇ ਲਾਇਸੈਂਸੀ ਹਥਿਆਰ ਸੀਗੇ ਉਹ ਵੀ ਉਹਨਾਂ ਦੇ ਕੋਲੋਂ ਪਹਿਲਾਂ
ਬਰਾਮਦ ਕਰ ਲਏ ਗਏ, ਆਪਣੇ ਕਬਜ਼ੇ ਦੇ ਵਿੱਚ ਲੈ ਲਏ ਗਏ ਔਰ ਉਸ ਤੋਂ ਬਾਅਦ ਇਹ ਹਮਲਾ ਕੀਤਾ ਗਿਆ। ਨੌਜਵਾਨਾਂ ਨੇ ਆਪਣੇ ਹੱਥਾਂ ਵਿੱਚ ਜਿਹੜੀਆਂ ਤਖਤੀਆਂ ਫੜੀਆਂ ਹੋਈਆਂ ਨੇ, ਉਹ ਤਖਤੀਆਂ, ਉਹ ਫੋਟੋਜ਼ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ 66 ਵਰ੍ਹੇ ਪਹਿਲਾਂ ਸਨ 1955 ਨੂੰ ਕੀ ਕੁਝ ਵਾਪਰਿਆ ਸੀਗਾ ਇਸ ਜਗ੍ਹਾ ਦੇ ਉੱਪਰ ਜਿੱਥੇ ਆਪਾਂ ਅੱਜ ਹਾਜ਼ਰ ਹੋਏ ਆ। ਮੈਂ ਤੁਹਾਨੂੰ ਇੱਕ ਵਾਰ ਉਧਰ ਵਿਖਾ ਦਿੰਦਾ, ਤੁਸੀਂ ਸਾਹਮਣੇ ਦੇਖੋ, ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਨਮੁਖ ਹੈ। ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਬੈਠਾ ਸਿੱਖ ਸ਼ਰਧਾਲੂ ਜਦੋਂ ਇੱਥੇ ਆਉਂਦਾ ਹੈਗਾ, ਸ੍ਰੀ ਅਕਾਲ ਤਖਤ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਾ ਹੈ, ਤਾਂ ਸਿੱਖ ਦੇ ਮਨ ਦੇ ਅੰਦਰ ਸ਼ਰਧਾ ਭਰਦੀ ਹੈਗੀ ਆ, ਸਿੱਖ ਦੇ ਅੰਦਰ ਜਜ਼ਬਾਤ ਪੈਦਾ ਹੁੰਦੇ ਆ, ਗੁਰੂ ਦੇ ਪ੍ਰਤੀ ਪ੍ਰੇਮ ਪੈਦਾ ਹੁੰਦਾ ਹੈ। ਸਿੱਖ ਭਲਾ ਕਿੱਦਾਂ ਬਰਦਾਸ਼ਤ ਕਰ ਸਕਦੇ ਨੇ ਕਿ ਇਸ ਸਿੱਖਾਂ ਦੇ ਮੁਕੱਦਸ ਅਸਥਾਨ ਦੇ ਉੱਪਰ ਕੋਈ ਵੀ ਆ ਕੇ ਹਮਲਾ ਕਰੇ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਅਹਿਮਦ ਸ਼ਾਹ ਅਬਦਾਲੀ ਵਰਗੇ ਆਜ਼ਾਦੀ ਤੋਂ ਕਿਤੇ ਪਹਿਲਾਂ ਦੀਆਂ ਗੱਲਾਂ ਨੇ, ਉਹ ਵੀ ਇੱਥੇ ਆ ਕੇ ਹਮਲੇ ਕਰਦੇ ਰਹੇ। ਔਰ ਜਿਹੜਾ ਪਾਵਨ ਪਵਿੱਤਰ ਸਰੋਵਰ ਹੈ, ਸਾਂਝੀਵਾਲਤਾ ਦਾ ਪ੍ਰਤੀਕ ਹੈ, ਇਸ ਸਰੋਵਰ ਨੂੰ ਵੀ ਆ ਕੇ ਉਹ ਪੂਰਦੇ ਰਹੇ। ਉਹਨਾਂ ਦੇ ਮਨ ਵਿੱਚ ਭੁਲੇਖਾ ਸੀਗਾ ਜਾਂ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸਿੱਖ ਇੱਥੋਂ ਪ੍ਰੇਰਨਾ ਲੈਂਦੇ ਨੇ, ਜਦੋਂ ਆ ਕੇ ਸਰੋਵਰ ਦੇ ਵਿੱਚ ਚੁੱਭੀ ਮਾਰਦੇ ਨੇ ਤਾਂ ਇੱਕ ਕਰਾਮਾਤੀ ਅੰਮ੍ਰਿਤ ਹੈ, ਉਹਨਾਂ ਨੂੰ ਇਹ ਸੀਗਾ, ਇਸ ਕਰਕੇ ਉਹਨੂੰ ਪੂਰ ਦਿੰਦੇ ਹੁੰਦੇ ਸੀਗੇ। ਪਰ ਇੱਥੋਂ ਦੀ ਜਿਹੜੀ ਭਾਰਤ ਦੀ ਫੌਜ ਹੈਗੀ ਆ, ਜਦੋਂ 84 ਵਿੱਚ ਹਮਲਾ ਹੁੰਦਾ, ਉਹ ਸਾਰਿਆਂ ਨੂੰ ਚੇਤੇ ਹੈਗਾ ਕਿ ਉਸ ਵੇਲੇ ਇੱਥੇ ਕੀ ਕੁਝ ਵਾਪਰਿਆ ਸੀਗਾ। ਪਰ 66 ਵਰ੍ਹੇ ਪਹਿਲਾਂ ਜੋ ਕੁਝ ਵਾਪਰਿਆ ਸੀਗਾ ਉਹ ਉਸ ਤਰੀਕੇ ਦੇ ਨਾਲ ਆਮ ਸਿੱਖਾਂ ਨੂੰ ਵੀ ਯਾਦ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਅੱਜ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਤੁਸੀਂ ਦੇਖ ਸਕਦੇ ਹੋ, ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਅੱਜ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਈਆਂ ਨੇ ਔਰ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਤਖਤੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ 66 ਵਰ੍ਹੇ ਪਹਿਲਾਂ ਸਨ 1955 ਨੂੰ ਇੱਥੇ ਕੀ ਕੁਝ ਵਾਪਰਿਆ ਸੀਗਾ। ਜਿਵੇਂ ਆਪਾਂ ਵੀਰਾਂ ਦੇ ਨਾਲ ਗੱਲ ਕੀਤੀ ਹੈਗੀ ਆ, ਉਹਨਾਂ ਦਾ ਕਹਿਣਾ ਹੈਗਾ ਕਿ ਜਦੋਂ ਆਪਾਂ ਉਹਨਾਂ ਸਾਰੀਆਂ ਘਟਨਾਵਾਂ ਨੂੰ ਗੌਰ ਨਾਲ ਵਾਚਦੇ ਆ, ਮਹਿਜ਼ ਆਜ਼ਾਦੀ ਤੋਂ ਮਹਿਜ਼ 8 ਵਰ੍ਹਿਆਂ ਬਾਅਦ ਹੀ ਜਿਹੜਾ ਇਹ ਹਮਲਾ ਹੈਗਾ, ਇਹ ਸਿੱਖਾਂ ਨੂੰ ਇਸ ਗੱਲ ਦੀ ਯਾਦ ਕਰਵਾ ਕੇ ਗਿਆ ਕਿ ਸਿੱਖੋ, ਅਸੀਂ ਤੁਹਾਡੀ ਅੱਡਰੀ ਹੋਂਦ ਹਸਤੀ ਨੂੰ ਨਹੀਂ ਮੰਨਦੇ, ਅਸੀਂ ਤੁਹਾਡੇ ਮੁਕੱਦਸ ਅਸਥਾਨ ਦੀ ਕੋਈ ਕਦਰ ਨਹੀਂ ਕਰਦੇ। ਸੋ ਵੀਰਾਂ ਦਾ ਕਹਿਣਾ ਹੈਗਾ ਕਿ ਅੱਜ ਜਿਹੜੇ ਸਿੱਖ ਹੈਗੇ ਨੇ ਜਾਂ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡਾ ਭਾਰਤੀ ਹਕੂਮਤ ਦੇ ਨਾਲ ਰਹਿ ਕੇ ਗੁਜ਼ਾਰਾ ਹੋ ਜਾਣਾ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਇੱਥੇ ਵੱਖ-ਵੱਖ ਸਿਆਸੀ ਪਾਰਟੀਆਂ ਆ ਕੇ ਦਾਅਵੇ ਕਰਦੀਆਂ ਨੇ ਕਿ ਆਪਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ, ਤਾਂ ਜਿਵੇਂ ਵੀਰਾਂ ਨੇ ਆਖਿਆ ਕਿ ਕਦੀ ਵੀ ਇਹ ਸੰਭਵ ਨਹੀਂ ਹੈਗਾ ਕਿ ਭਾਰਤ ਵਰਗੇ ਮੁਲਕ ਦੇ ਨਾਲ ਰਹਿ ਕੇ ਕੋਈ ਵੀ ਸਿਆਸੀ ਪਾਰਟੀ ਜੇ ਪੰਜਾਬ ਦੀ ਸੱਤਾ ਦੇ ਉੱਪਰ ਕਾਬਜ਼ ਹੁੰਦੀ ਹੈ ਤਾਂ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਭਾਗ ਕਾਇਮ ਕਰ ਸਕੂਗੀ। ਵੀਰਾਂ ਦਾ ਕਹਿਣਾ ਹੈਗਾ ਕਿ ਇਹ ਬਿਲਕੁਲ ਵੀ ਸੰਭਵ ਨਹੀਂ ਹੈ। ਆਪਾਂ ਵੀਰ ਹੈਗੇ ਨੇ ਰਣਜੀਤ ਸਿੰਘ, ਆਪਾਂ ਉਹਨਾਂ ਨਾਲ ਵੀ ਥੋੜੀ ਜਿਹੀ ਗੱਲਬਾਤ ਕਰ ਲੈਂਦੇ ਆ। ਰਣਜੀਤ ਸਿੰਘ ਜੀ, ਕੁਝ ਕਹਿਣਾ ਚਾਹੁੰਦੇ ਹੋ ਜੀ ਅੱਜ ਦੇ ਦਿਨ ਤੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਾਸਤੇ ਸਿੱਖਾਂ ਦਾ ਬੜਾ ਵੱਡਾ ਯੋਗਦਾਨ ਹੋਏ, ਅਸੀਂ ਅਨੇਕਾਂ ਕੁਰਬਾਨੀਆਂ ਕੀਤੀਆਂ ਹੋਣ, ਫਾਂਸੀਆਂ ਦੇ ਰੱਸੇ ਚੁੰਮੇ ਹੋਣ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੋਗੀਆਂ ਹੋਣ, ਤੇ ਸਾਨੂੰ ਇਹ ਇਨਾਮ ਦਿੱਤਾ ਜਾਂਦਾ ਆ, ਇਹ ਤੋਹਫਾ ਦਿੱਤਾ ਜਾਂਦਾ ਆ ਕਿ ਪੰਜਾਬੀ ਸੂਬੇ ਉੱਤੇ ਵੀ ਜਿਹੜੀ ਪਾਬੰਦੀ ਲਾ ਦਿੱਤੀ ਜਾਂਦੀ ਹੈ। ਹਕੂਮਤ ਇੰਨੀ ਗਿਰ ਜਾਂਦੀ ਹੈ ਉਸੇ ਭਾਰਤ ਦੀ ਹਕੂਮਤ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਤੋਂ ਵੀ ਸੰਕੋਚ ਨਹੀਂ ਕਰਦੀ। ਸਿੱਖਾਂ ਨੇ ਆਪਣੇ ਹੱਕ ਹਕੂਕ ਮੰਗੇ, ਉਹੀ ਹੱਕ ਹਕੂਕ ਜਿਹੜਾ ਪ੍ਰਧਾਨ ਮੰਤਰੀ ਨਹਿਰੂ ਕਹਿੰਦਾ ਸੀ ਕਿ ਜੇ ਦੇਸ਼ ਆਜ਼ਾਦ ਹੁੰਦਾ ਹੈ ਕਿ ਉੱਤਰੀ ਭਾਰਤ ਵਿੱਚ ਵੀ ਸਿੱਖਾਂ ਨੂੰ ਅਜਿਹਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਪਰ ਸਾਡੇ ਉੱਤੇ ਬਾਹਰ ਦਸਤੂਰ ਇਹਨਾਂ ਨੇ ਜਿਹੜੇ ਹਮਲੇ ਆ ਉਹ ਮਾਨਸਿਕ ਸਰੀਰਕ ਕੀਤੇ। ਜਦੋਂ ਪੰਜਾਬੀ ਸੂਬਾ ਜਿੰਦਾਬਾਦ ਉਹ ਕਹਿਣ ਤੇ ਪਾਬੰਦੀ ਹਟਾਉਣ ਤੇ ਜਿਹੜਾ ਸਿੱਖਾਂ ਨੇ ਮੋਰਚਾ ਲਾਇਆ, ਦਰਬਾਰ ਸਾਹਿਬ ਤੇ ਹਮਲਾ ਕੀਤਾ, ਟੀਅਰ ਗੈਸ ਦੇ ਜਿਹੜੇ ਗੋਲੇ ਆ ਉਹ ਛੱਡੇ ਗਏ, ਅਨੇਕਾਂ ਗੋਲੀਆਂ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਵੱਜਦੀਆਂ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਵੀ ਜਿਹੜਾ ਗ੍ਰਿਫਤਾਰ ਆ ਭੁਪਿੰਦਰ ਸਿੰਘ ਉਹਨਾਂ ਨੂੰ ਉਹ ਭਾਰਤ ਦੀ ਹਕੂਮਤ ਵੱਲੋਂ ਕਰ ਲਿਆ ਜਾਂਦਾ ਆ। ਅੱਛਾ, ਇੱਕ ਮੈਂ ਤੁਹਾਡੇ ਕੋਲ ਹੋਰ ਅਹਿਮ ਸਵਾਲ ਜਿਹੜਾ ਹੈਗਾ, ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਵੀ ਔਰ ਬਹੁਤ ਸਾਰੇ ਪੰਜਾਬੀਆਂ ਨੂੰ, ਭਾਰਤ ਦੇ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ 1984 ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇੱਥੇ ਸੀਗੇ, ਤਾਂ ਕਰਕੇ 84 ਵਿੱਚ ਹਮਲਾ ਹੋਇਆ। ਤੁਹਾਨੂੰ ਲੱਗਦਾ ਨਹੀਂ ਹੈਗਾ ਕਿ 1955 ਵਾਲਾ ਜਿਹੜਾ ਹਮਲਾ ਸੀਗਾ ਉਹ ਇਹ ਭੁਲੇਖਾ ਦੂਰ ਕਰਦਾ ਹੈ? ਬਿਲਕੁਲ, ਇਸੇ ਕਰਕੇ ਇਹ ਜਿਹੜਾ ਮਾਰਚ ਆ ਇਹ ਜਥੇਬੰਦੀਆਂ ਦੇ ਵੱਲੋਂ, ਖਾਸ ਕਰਕੇ ਆਵਾਜ਼ੇ ਕੌਮ ਜਥੇਬੰਦੀ ਵੱਲੋਂ ਉਲੀਕਿਆ ਗਿਆ ਆ ਕਿ ਜਿਹੜਾ ਇਹ ਬਹਾਨਾ ਬਣਾਇਆ ਜਾਂਦਾ ਆ ਹਿੰਦੂ ਮੀਡੀਆ ਵੱਲੋਂ, ਭਾਰਤ ਸਰਕਾਰ ਵੱਲੋਂ ਕਿ 1984 'ਚ ਸੰਤ ਭਿੰਡਰਾਂ ਵਾਲੇ ਸਨ। ਹੁਣ ਅਸੀਂ ਉਹਨਾਂ ਲੋਕਾਂ ਤੋਂ ਜਵਾਬ ਮੰਗਦੇ, 1955 ਵਿੱਚ ਤਾਂ ਇੱਥੇ ਭਿੰਡਰਾਂ ਵਾਲੇ ਨਹੀਂ ਸਨ। ਕਿਰਪਾ ਤੁਮਰੀ ਕਰ, ਮੈਂ ਨਾ ਕਿਉ ਸਭ ਤੋਏ ਬਖਾਨੇ ਹੋ ਤੋਹਾਰਾ
संसार को ਛਾੜ ਕੇ ਦਿਓ ਤੁਹਾਰੋ ਵਾਰ ਆਏ ਕਰੇਗੀ ਰਾਜ ਸਗਲਦਾਰ ਕੋ ਛਾੜ ਕੇ ਦਿਓ ਤੁਹਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹੱਲਾ ਤੀਜਾ ਆਨੰਦ ਗੁਰੂ ਅੰਗਦ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰਤਾ ਪਾਇਆ ਸਹਿਜ ਸੇਤੀ ਵਧੀਆ ਵਧਾਈਆਂ ਨਾਗਰਿਕ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਹੈ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਨਿਸਾਨਾ ਕੀ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋਚੋ ਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ ਸਾਚੇ ਸਾਹਿਬਾ ਗਿਆਨ ਹੀ ਕਾ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸਰੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਗਿਆਨ ਹੀ ਕਰ ਤੇਰਾ ਮੇਰਾ ਆਧਾਰ ਸਾਧਨਾ ਮੇ ਆਧਾਰ ਮੇਰਾ ਦੁੱਖਾਂ ਸਭ ਗਵਾਈਆਂ ਕਰਤਾ ਸੁਖ ਮਨਾਏ ਵਸਿਆ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਖੋ ਆਏ ਬੁਝਿਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਗਲਾ ਜਿਤ ਕਰਤਾਰੀਆ ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਠ ਕੋ ਮਾਰਨਾ ਗੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਦਾਸ ਗੁਰੂ ਆਦਿਤ ਕਰ ਅਨਹਦ ਬਾਜੇ ਸਤ ਸੋੜ ਭਾਗਿਓ ਸਗਦ ਮਨੋਰਥ ਪੂਰੇ ਪਾਰ ਬ੍ਰਹਮ ਤੋਂ ਪਾਇਆ ਉਤਰੇ ਸਗਦ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੰਜੀ ਬਾਣੀ ਸੰਤ ਸਾਜਨ ਭਏ ਸਤੇ ਗੁਰ ਤੇ ਜਾਣੀ ਸੁਣਦੇ ਕਬੀਰ ਕਹਤੇ ਸਤਿਗੁਰ ਰਹਾ ਪਰ ਪੂਰੇ ਗੁਰਮਤਿ ਬੰਦ ਨਾਮ ਨਾਮ ਗੁਰ ਚਰਨ ਲਾਗੇ ਸੁਣਤੇ ਪੁਨੀਤ ਗਏ ਕੇ ਪੁਨੀਤ ਸਤਿਗੁਰ ਰਿਹਾ ਪਰ ਪੂਰੇ ਬੰਦ ਨਾਮ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਧੀਆ ਗਏ ਅਰਦਾਸ ਹਮਾਰੀ ਜੀਓ ਸਭ ਤੇਰਾ ਵਾਹਿਗੁਰੂ ਨਾਨਕ ਸਭ ਗਈ ਬਜਾਈ ਕੋਈ ਨਾਮ ਜਾਣੇ
इतिहास के मान सत्कार बहुत सारे सत्कारियों भीरों को माया भेजी गई है। छोटे से बच्चे वालों माया अरदास है राजे की चढ़ती कला की तंदुरुस्ती नहीं अरदास करता है गरीब ना सतगुरु की है अरदास प्रवाद करो चढ़ती कला और तंदुरुस्ती की बात मेरे हजूर बख्शिश कर बेनती करे सा इतिहास के पक्ष तो आप जी के हजूर पंजाब के गवर्नर खान बहादुर जकरिया खान ने 1955 ਵਿੱਚ आला अफसर नूरुद्दीन ਨੂੰ ਸੱਦਿਆ ਵੇਲੇ ਸੱਚੇ ਪਾਤਸ਼ਾਹ ਜੀ ਉਹਨੂੰ ਸੱਦ ਕੇ ਹੁਕਮ ਦੇ ਕੇ ਆਖੇ ਨੂਰੁੱਦੀਨ ਮਨ ਮਰਜ਼ੀ ਦੀ ਫੌਜ ਲੈ ਕੇ ਨਾ ਸ੍ਰੀ ਹਰਮੰਦਰ ਸਾਹਿਬ ਨਗਰ ਮੀਰਾ ਕੋਟ ਉੱਤੇ ਚੜਾਈ ਕਰਕੇ ਤੇ ਕਹਿ ਜੇ ਮਤਾਬ ਸਿੰਘ ਪਿੰਡ ਅੰਦਰ ਬੈਠਾ ਹੈ ਉਹਦੇ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਵਿੱਚ ਬੇੜੀਆਂ ਪਾ ਕੇ ਲਿਆ ਕੇ ਮੇਰੇ ਦਰਬਾਰ ਅੰਦਰ ਪੇਸ਼ ਕਰ ਜੇ ਮਤਾਬ ਸਿੰਘ ਨਾ ਮਿਲੇ ਆਪ ਜੀ ਦੀ ਹਜ਼ੂਰੀ ਅੰਦਰ ਸੱਚੇ ਉਹਦਾ ਬਾਲ ਬੱਚਾ ਜਿਉਂਦਾ ਨਾ ਛੱਡਿਆ ਜਾਏ ਕਰ ਸੜ ਕੇ ਸਾਫ਼ ਕਰ ਦਿੱਤਾ ਜਾਏ ਭੰਗ ਕੀਤਾ ਗਿਆ ਨੂਰੁੱਦੀਨ ਨੇ ਪੰਜਾਬ ਦੇ ਗਵਰਨਰ ਦਾ ਹੁਕਮ ਸੁਣਿਆ ਤੇ ਰੋਸ ਦਿਹਾੜਾ ਮਨਾਉਂਦੇ ਹੋਏ ਮੁਕਾਬਲੇ ਤੇ ਲੜਨ ਵਾਲੀ ਧਿਰ ਤਕੜੀ ਹੋਵੇ ਕਰਕੇ ਚੜਾਈ ਕਰਨ ਵਾਲਾ ਬੰਦਾ ਸੋਚ ਕੇ ਚੜਾਈ ਕਰਦਾ ਆਪ ਜੀ ਨੇ ਫਿਰ ਅਗਲੇ ਪਾਸੇ ਵੀ ਲੜਨ ਵਾਲੀ ਫੌਜ ਹੈ ਸੰਗਤਾਂ ਦੇ ਸਿਰ ਜਦੋਂ ਪਿੰਡ ਅੰਦਰ ਕੋਈ ਬੰਦਾ ਨਜ਼ਰ ਨਾ ਆਏ ਜੀ ਨੂਰੁੱਦੀਨ ਨੇ ਕਿਵੇਂ ਹੌਸਲੇ ਚੜਾਈ ਕੀਤੀ ਹੋਵੇ ਤਾਂ ਦੇ ਨਾਲ ਫੌਜ ਲੈ ਕੇ ਬਲ ਬੁੱਧੀ ਬਖਸ਼ ਲਾਹੌਰ ਤੋਂ ਨੂਰੁੱਦੀਨ ਕਰਿਆ ਰਾਜ ਦੀ ਸੂਰਤ ਦੀ ਨਾਲੀ ਨਿਕਲ ਤੋਂ ਪਹਿਲਾਂ ਜੀ ਆਪ ਜੀ ਨੇ ਅੰਮ੍ਰਿਤਸਰ ਦੇ ਨਜ਼ਦੀਕ ਇੱਕ ਵਸੇ ਹੋਏ ਛੋਟੇ ਜਿਹੇ ਪਿੰਡ ਨਗਰ ਨੀਰਾ ਕੋਟ ਤੇ ਆਪ ਜੀ ਦੇ ਹਜ਼ੂਰ ਫੌਜ ਲੈ ਕੇ ਚੜਾਈ ਕਰਕੇ ਘੇਰਾ ਪਾ ਕੇ ਆਣ ਕੇ ਬੈਠ ਗਿਆ ਕੜਾ ਪ੍ਰਸ਼ਾਦ ਜੀ ਦੇਖ ਸਕਦੇ ਪਿੰਡ ਦੀ ਸਾਥ ਹੁੰਦਾ ਆਪ ਜੀ ਕਿਰਪਾ ਕਰੋ ਭੋਗ ਲਾਓ ਬੱਚੇ ਤਖਤ ਪੋਸ਼ ਉੱਤੇ ਨੂਰ ਦੀ ਰਣ ਕੇ ਬੈਠਾ ਆਪਣੇ ਸਿਪਾਹੀ ਪਿੰਡ ਦੇ ਚਾਰ ਖੜੇ ਖੜੇ ਕਰਕੇ ਉਹਨੇ ਆਪਣਾ ਇੱਕ ਸਿਪਾਹੀ ਭੇਜਿਆ ਆਏ ਸੋ ਰਾਜੀ ਜਾਏ ਉਹਨੇ ਆਖਿਆ ਬਾਹਰ ਨਾਨਕ ਨਾਮ ਨੱਖੇ ਚੌਧਰੀ ਨੂੰ ਸੱਦ ਕੇ ਪਿੰਡ ਦੀ ਸਾਥ ਅੰਦਰ ਲੈ ਕੇ ਆਓ ਸਤਿਕਾਰਯੋਗ ਸਾਸਨ ਮੈਂ ਬੜੀ ਵਾਰ ਸੈਕਟਰੀ ਦੇ ਅਧਿਕਾਰਾਂ ਦਾ ਪ੍ਰਯੋਗ ਕੀਤਾ ਬੋਲੇ ਜੋ ਅੱਜ ਤੋਂ 50 ਸਾਲ ਪਹਿਲਾਂ ਮੇਰੇ ਪੰਜਾਬ ਦੇ ਸੀ ਅੱਜ ਉਹ ਮੇਰੇ ਪੰਜਾਬ ਕੋਲ ਨਹੀਂ